ई मिशन पंजाबी। ਅੱਜ ਦੇ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ ਨੂੰ ਸਮਰਪਿਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਤੇ ਹਰ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਇਸ ਵਰੇ ਵੀ ਥਾਂ ਤੇ ਕਹਿ ਲਈਏ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਤੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਣ ਆਉਣ ਵਾਲੀਆਂ ਸਾਰੀਆਂ ਸੜਕਾਂ ਉੱਤੇ ਅਤੁੱਟ ਲੰਗਰ ਭੰਡਾਰੇ ਵੀ ਵਰਤਾਏ ਜਾ ਰਹੇ ਹਨ। ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਅਜੋਕੀ ਇਨਸਾਨੀਅਤ ਸਜਦੇ ਕਰ ਰਹੀ ਹੈ। ਭਾਰਤ ਸਰਕਾਰ ਵੱਲੋਂ ਵੀ ਲੰਘੇ ਕੱਲ ਸਾਹਿਬਜ਼ਾਦਿਆਂ ਦੀ ਸਦੀਵੀ ਯਾਦ ਬਣਾਈ ਰੱਖਣ ਲਈ ਉਹਨਾਂ ਦੇ ਨਾਂ ਉੱਤੇ ਨੈਸ਼ਨਲ ਡੇ ਸ਼ੁਰੂ ਕੀਤਾ ਹੈ। ਉਸ ਦਾ ਨਾਂ ਬਾਲ ਵੀਰ ਦਿਵਸ ਰੱਖਿਆ ਹੈ ਤੇ ਲੰਘੇ ਕੱਲ ਉਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਉਹਨਾਂ ਨੇ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਤੇ ਹੋਰ ਸਿੰਘਾਂ ਨੂੰ ਨਤਮਸਤਕ ਵੀ ਕੀਤੀ। ਰਾਸ਼ਟਰ ਨੇ ਪਹਿਲਾ ਵੀਰ ਬਾਲ ਦਿਵਸ ਮਨਾ ਲਿਆ ਤੇ ਇਸ ਮਗਰੋਂ ਹਰ ਸਾਲ ਇਹ ਦਿਹਾੜਾ 26 ਦਸੰਬਰ ਨੂੰ ਮਨਾਉਣ ਦਾ ਅਹਿਦ ਵੀ ਲਿਆ ਹੈ ਤੇ ਇੱਥੇ ਇੱਕ ਜਿਹੜੀ ਵੱਡੀ ਗੱਲ ਹੈ ਉਹ ਹੈ ਦਿੱਲੀ ਸ਼ਹਿਰ ਦੀ। ਦਿੱਲੀ ਸ਼ਹਿਰ ਦੇ ਵਿੱਚ ਹੀ ਇਹ ਦਿਹਾੜਾ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਪਹਿਲਾ ਵੀਰ ਬਾਲ ਦਿਵਸ ਮਨਾਇਆ ਗਿਆ ਤੇ ਜਦੋਂ ਕਿ ਦਿੱਲੀ ਉਹ ਹੀ ਸ਼ਹਿਰ ਹੈ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਰੀ ਬਲੀਦਾਨ ਦੇਣ ਲਈ ਗਏ, ਉੱਥੇ ਉਹਨਾਂ ਸ਼ਹਾਦਤ ਦਾ ਜਾਮਾ ਪੀਤਾ ਤੇ ਉਸ ਸ਼ਹਿਰ ਦੇ ਵਿੱਚ ਹੀ ਹੁਣ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਪਹਿਲਾ ਵੀਰ ਬਾਲ ਦਿਵਸ ਆਰੰਭ ਹੋਇਆ ਹੈ। ਇੱਥੇ ਆਪਾਂ ਜ਼ਿਕਰ ਕਰੀਏ ਦਿੱਲੀ ਦਾ ਤਾਂ ਦਿੱਲੀ ਕਦੇ ਬੜੀ ਜ਼ਾਲਮ ਰਹੀ ਹੈ ਤੇ ਕਦੇ ਦਿਆਲੂ ਵੀ। ਅਜੋਕੇ ਦੌਰ ਦੇ ਵਿੱਚ ਹਾਲੀਆ ਹੀ ਆਪਾਂ ਵੇਖੀਏ ਕਿ ਜਦੋਂ ਕਿਸਾਨ ਮੋਰਚਾ ਲੱਗਾ ਤਾਂ ਦਿੱਲੀ ਪਹਿਲੇ ਦੌਰ ਦੇ ਵਿੱਚ ਬੜੀ ਕਠੋਰ ਦੇ ਤੌਰ 'ਤੇ ਸਾਹਮਣੇ ਆਈ, ਜਦੋਂ ਕਿ ਉਸ ਮਗਰੋਂ ਦਿਆਲੂ ਵੀ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ 3 ਖੇਤੀ ਕਾਨੂੰਨ ਸਨ ਜਿਨ੍ਹਾਂ ਨੂੰ ਸੰਘਰਸ਼ਕਾਰੀਆਂ ਨੇ ਕਾਲੇ ਕਾਨੂੰਨ ਵਜੋਂ ਸੱਦਿਆ, ਉਹ ਇੱਕ ਝਟਕੇ ਦੇ ਨਾਲ ਵਾਪਸ ਲੈ ਲਏ ਸਨ। ਪੰਥਕ ਸਾਫ਼ ਤੇ ਸਿੱਖ ਇਤਿਹਾਸ ਦੇ ਜੇ ਵਰਕੇ ਫਰੋਲੀਏ ਤਾਂ ਦਿੱਲੀ ਕਦੇ ਵੱਡੇ ਕਹਿਰ ਗੁਜ਼ਾਰਦੀ ਰਹੀ ਹੈ, ਇੱਕ ਜ਼ਾਲਮ ਪ੍ਰਵਿਰਤੀ ਵਜੋਂ ਸਾਹਮਣੇ ਆਉਂਦੀ ਰਹੀ ਹੈ ਤੇ ਇਤਿਹਾਸ ਦੀਆਂ ਜੇਕਰ ਆਪਾਂ ਹੋਰ ਕਥਾ ਕਹਾਣੀਆਂ ਨੂੰ ਪੜ੍ਹੀਏ ਤਾਂ ਕਈ ਵਾਰ ਦਿੱਲੀ ਬੜੀ ਨਰਮ ਦਿਲ ਵਜੋਂ ਵੀ ਸਾਹਮਣੇ ਆਈ ਹੈ। ਹੁਣ ਵੀ ਆਪਾਂ ਵੇਖਿਆ ਹੀ ਹੈ ਕਿ ਲੰਘੇ ਕੱਲ ਦਿੱਲੀ ਸਿੱਖ ਇਤਿਹਾਸ ਨੂੰ ਸਜਦੇ ਕਰਦਿਆਂ ਨਰਮ ਦਿਲ ਹੋਈ ਜਾਪੀ। ਉਧਰ ਵੀਰ ਬਾਲ ਦਿਵਸ ਉੱਤੇ ਵੱਡੇ ਪੱਧਰ ਉੱਤੇ ਇੱਕ ਵਿਵਾਦ ਵੀ ਉੱਠਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨਾਮਕਰਨ ਉੱਤੇ ਵੱਡਾ ਇਤਰਾਜ਼ ਦਰਜ ਕੀਤਾ ਹੈ। ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਸਮੇਂ ਤੋਂ ਹੀ ਇਸ ਜਿਹੜਾ ਵੀਰ ਬਾਲ ਦਿਵਸ ਦਿਹਾੜਾ ਹੈ ਇਹਦੇ ਉੱਤੇ ਆਪਣਾ ਇਤਰਾਜ਼ ਦਰਜ ਕਰ ਰਹੀ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਲ ਮਨਾਂ ਤੋਂ ਬੜੀ ਉੱਪਰ ਜਾ ਕੇ ਹੈ ਤੇ ਇਹਨਾਂ ਨੂੰ ਬਾਬੇ ਵਜੋਂ ਸੱਦਿਆ ਜਾਂਦਾ ਹੈ। ਜਿਹੜੀ ਸ਼ਹਾਦਤ ਦਾ ਨਾਂ ਹੈ ਇਹਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਜ਼ਰੂਰ ਅੰਕਿਤ ਹੋਵੇ, ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਿਹੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਹ ਦਿਹਾੜਾ ਵੀਰ ਬਾਲ ਦਿਵਸ ਉੱਤੇ ਮਨਾਉਣ ਦਾ ਹੀ ਜਿਹੜਾ ਫੈਸਲਾ ਸੀ ਉਸ ਨੂੰ ਅੱਗੇ ਤੋਰੀ ਹੀ ਨਹੀਂ ਰੱਖਿਆ। ਲੰਘੇ ਕੱਲ ਪਹਿਲਾ ਪ੍ਰੋਗਰਾਮ ਵੀ ਨਿਬੇੜ ਦਿੱਤਾ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੱਡਾ ਇਹ ਵੀ ਅਹਿਮ ਤਰਕ ਹੈ ਕਿ ਉਹਨਾਂ ਨੇ ਇਸ ਨਾਮ ਉੱਤੇ ਇਤਰਾਜ਼ ਸੰਬੰਧੀ ਕੇਂਦਰ ਸਰਕਾਰ ਨੂੰ ਬਕਾਇਦਾ 2 ਪੱਤਰ ਵੀ ਲਿਖੇ, ਜਿੱਥੇ ਮੀਡੀਆ ਦੇ ਵਿੱਚ ਵੀ ਅਜਿਹਾ ਵਿਰੋਧ ਕੀਤਾ, ਜਨਤਕ ਤੌਰ ਤੇ ਵੀ ਇਹ ਵਿਰੋਧ ਜਾਰੀ ਰੱਖਿਆ, ਪਰੰਤੂ ਬਾਵਜੂਦ ਸ਼੍ਰੋਮਣੀ ਕਮੇਟੀ ਨੂੰ ਭਰੋਸੇ ਦੇ ਵਿੱਚ ਲੈਣ ਤੋਂ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋਈ। ਇਹ ਇਤਰਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਲੇ ਵੀ ਹੈ, ਭਾਵੇਂ ਕਿ ਪ੍ਰੋਗਰਾਮ ਲੰਘੇ ਕੱਲ ਹੋ ਨਿਬੜਿਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਜਦੋਂ ਵੀਰ ਬਾਲ ਦਿਹਾੜੇ ਉੱਤੇ ਵਿਰੋਧ ਜਤਾ ਰਹੇ ਸਨ ਤਾਂ ਉਸ ਸਮੇਂ ਇੱਕ ਕੇਂਦਰ ਦੀ ਤਰਫੋਂ ਕਨਸੋ ਵੀ ਆਈ ਸੀ ਕਿ ਸ਼ਾਇਦ ਭਾਰਤ ਸਰਕਾਰ
ਇਸ ਜਿਹੜਾ ਫੈਸਲਾ ਹੈ ਇਹਨੂੰ ਵਾਪਸ ਲੈ ਕੇ ਵੀਰ ਬਾਲ ਦਿਵਸ ਦੇ ਵਿੱਚ ਕੋਈ ਸੋਧ ਕਰ ਰਹੀ ਹੈ, ਜਿਹਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਅੰਕਿਤ ਹੋਵੇਗੀ, ਪਰੰਤੂ ਅਖੀਰ ਤੱਕ ਅਜਿਹਾ ਨਹੀਂ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀਰ ਬਾਲ ਦਿਵਸ ਉੱਤੇ ਜਿਹੜਾ ਇਤਰਾਜ਼ ਹੈ ਉਹਦੇ ਉੱਤੇ ਆਪਣਾ ਵਿਰੋਧ ਅਗਲੇ ਸਮੇਂ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਫੈਸਲੇ ਉੱਤੇ ਅਗਲੇ ਕਿਸੇ ਸਮੇਂ ਵੀ ਸੋਚ ਲੈਣਾ ਚਾਹੀਦਾ ਹੈ। ਹੁਣ ਅੱਗੇ ਵੇਖਣਾ ਹੋਵੇਗਾ ਕਿ ਜਿਵੇਂ ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਫੈਸਲੇ ਸੰਬੰਧੀ ਪਹਿਲੇ ਦੌਰ ਦੇ ਵਿੱਚ ਅਣਡਿੱਠ ਵਜੋਂ ਲਿਆ ਹੈ ਕਿ ਅਗਲੇ ਸਮੇਂ ਸ਼੍ਰੋਮਣੀ ਕਮੇਟੀ ਦੀ ਇਸ ਮੰਗ ਉੱਤੇ ਕੋਈ ਵਿਚਾਰ ਹੋ ਸਕਦੀ ਹੈ ਜਾਂ ਨਹੀਂ। ਖੈਰ ਇਹ ਮਾਮਲਾ ਕੇਂਦਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਜਿਹੜਾ ਖਿੱਚੋਤਾਣ ਵਾਲਾ ਮਾਹੌਲ ਬਣਿਆ ਹੈ, ਇਹ ਹੁਣ ਕਿਸੇ ਅਗਲੇ ਸਮੇਂ ਵਿਚਾਰਿਆ ਜਾ ਸਕਦਾ ਹੈ ਜਾਂ ਨਹੀਂ, ਉਹ ਖੈਰ ਹੁਣ ਬਾਅਦ ਦੀ ਗੱਲ ਹੈ। ਤੇ ਰਹੀ ਦੂਜੀ ਵੱਡੀ ਗੱਲ, ਪੰਜਾਬ ਸਰਕਾਰ ਵੱਲੋਂ ਵੀ ਭਾਰਤ ਸਰਕਾਰ ਦੇ ਇਸ ਨਾਮਕਰਨ ਉੱਤੇ ਅਸਿੱਧੇ ਤੌਰ ਤੇ ਕਹਿ ਲਈਏ ਕਿ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅਸਲ ਦੇ ਵਿੱਚ ਵੀਰ ਬਾਲ ਦਿਵਸ ਜਿਹੜਾ ਕਿ ਪਹਿਲੇ ਦੌਰ ਦਾ ਕਹਿ ਲਈਏ ਕਿ ਪਹਿਲਾ ਵੀਰ ਬਾਲ ਦਿਹਾੜਾ ਦਿੱਲੀ ਦੇ ਵਿੱਚ ਮਨਾਇਆ ਗਿਆ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਤੇ ਉਸ ਪ੍ਰੋਗਰਾਮ ਦੇ ਵਿੱਚ ਕੇਂਦਰ ਸਰਕਾਰ ਦੇ ਸੱਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਏ। ਅਸਲ ਦੇ ਵਿੱਚ ਕਿਸੇ ਰਾਜ ਦੇ ਮੁੱਖ ਮੰਤਰੀ ਦਾ ਜਿਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਹੋ ਜਾਵੇ ਤੇ ਅਸਲ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਸ ਰਾਜ ਦੀ ਉਸ ਪ੍ਰੋਗਰਾਮ ਦੇ ਹਰ ਪਹਿਲੂ ਉੱਤੇ ਪੂਰੀ ਰਜ਼ਾਮੰਦੀ ਹੈ। ਤੇ ਅਜਿਹੇ ਲਿਹਾਜ਼ ਤੋਂ ਸਿਆਸੀ ਤੇ ਪ੍ਰਸ਼ਾਸਕੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਅਸਿੱਧੇ ਤੌਰ ਤੇ ਵੀਰ ਬਾਲ ਦਿਵਸ ਨੂੰ ਆਪਣੀ ਸਹਿਮਤੀ ਰਜ਼ਾਮੰਦੀ ਦੇ ਦਿੱਤੀ ਹੈ। ਉਂਝ ਉਹ ਗੱਲ ਵੱਖਰੀ ਹੈ ਕਿ ਲਿਖਤੀ ਤੌਰ ਤੇ ਰਾਜ ਸਰਕਾਰ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਖਿਆ, ਪਰੰਤੂ ਫਿਜ਼ੀਕਲ ਲਿਹਾਜ਼ ਤੋਂ ਜੇਕਰ ਆਪਾਂ ਵੇਖੀਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀਰ ਬਾਲ ਦਿਵਸ ਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਹੋਣੀ ਆਪਣੇ ਆਪ ਦੇ ਵਿੱਚ ਵੱਡੇ ਅਰਥ ਰੱਖਦੀ ਹੈ। ਇਹਦਾ ਮਤਲਬ ਇੱਕ ਇਹ ਵੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਣਡਿੱਠ ਕਰਕੇ ਵੇਖਿਆ ਗਿਆ ਹੈ। ਮਤਲਬ ਕਿ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਪਰਵਾਹ ਨਹੀਂ ਕੀਤੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਵਾਲੇ ਨਾਮਕਰਨ ਉੱਤੇ ਲੰਮੇ ਸਮੇਂ ਤੋਂ ਪਿਛਲੇ ਚਿਰ ਤੋਂ ਲਗਾਤਾਰ ਵਿਰੋਧ ਜਤਾ ਰਹੀ ਸੀ। ਹੁਣ ਇਹ ਮਾਮਲਾ ਆਪਣੇ ਆਪ ਦੇ ਵਿੱਚ ਇੱਕ ਪੇਚੀਦਗੀ ਵੱਲ ਵੀ ਵੱਧ ਗਿਆ ਹੈ ਕਿ ਪੰਜਾਬ ਸਰਕਾਰ, ਕਿਉਂਕਿ ਇਸ ਵੇਲੇ ਸਿੱਖ ਵਸੋਂ ਜਿਹੜੇ ਬਹੁਤਾਤ ਦੀ ਗੱਲ ਕਰੀਏ ਤਾਂ ਉਹ ਸੂਬਾ ਪੰਜਾਬ ਹੀ ਹੈ, ਤੇ ਪੰਜਾਬ ਦੇ ਮੁੱਖ ਮੰਤਰੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵਿਰੋਧ ਦੇ ਬਾਵਜੂਦ ਕਿਸੇ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਬਣਾ ਰਹੇ ਹਨ ਤਾਂ ਇਸ ਦਾ ਸਿੱਧਾ ਜਾਂ ਅਸਿੱਧਾ ਮਤਲਬ ਇਹੀ ਹੈ ਕਿ ਰਾਜ ਸਰਕਾਰ ਦੀ ਕੇਂਦਰ ਸਰਕਾਰ ਦੇ ਉਸ ਪ੍ਰੋਗਰਾਮ ਪ੍ਰਤੀ ਪੂਰੀ ਰਜ਼ਾਮੰਦੀ ਹੈ, ਸਹਿਮਤੀ ਹੈ। ਉਂਝ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਕਾਇਦਾ ਤਾਰੀਫ ਕੀਤੀ ਤੇ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਇਸ ਪ੍ਰੋਗਰਾਮ ਦਾ ਜਿਹੜਾ ਬੀੜਾ ਚੁੱਕਿਆ ਹੈ ਉਹ ਵਾਕਈ ਹੀ ਤਾਰੀਫਯੋਗ ਹੈ। ਉਹਨਾਂ ਨੇ ਭਗਵੰਤ ਮਾਨ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਵੀ ਕੀਤਾ। माननीय प्रधानमंत्री श्री नरेंद्र मोदी जी, भारतीय कैबिनेट के मेंबर, एसजीपीसी दिल्ली के प्रधान और आज छोटे साहिबजादों को नतमस्तक होने के लिए यहां पर पहुंचे हुए जितने भी लोग आए हैं और पूरी दुनिया में यहाँ भी देखा जा रहा है, सुना जा रहा है, सबको मेरा प्रणाम, नमस्कार, सत श्री अकाल, वाहिगुरु जी का खालसा, वाहिगुरु जी की फतेह। ऐसी कुर्बानी की मिसाल दुनिया में नहीं मिलती। यहां पर 9 साल और 7 साल के साहिबजादों ने ईन नहीं मानी, हार नहीं मानी, बहुत जुल्म किए गए, लालच दिए गए,
उन्होंने कहा दशमेश पिता के लाल हैं और वो साहिबे कमाल हैं। बाबा जोरावर सिंह, बाबा फतेह सिंह, पूरी दुनिया से आज लोग चलकर फतेहगढ़ साहब आ रहे हैं। जहां भी वो हैं वहां गुरुद्वारा साहब में जा रहे हैं। एक बात मैं कहनी चाहूंगा, बहुत कम लोगों को शायद पता होगा, जब दीवार में चिने जा रहे थे छोटे साहबजादे, तो प्रधानमंत्री जी जब दीवार घुटनों तक आई तो घुटने थोड़ा आगे रहते हैं, ईंट को तोड़ना पड़ना था, ईंट पर हथौड़ा चलाना था। इतना जालिम था सूबा सरहंद, बोला ईंट पर हथौड़ा नहीं चलेगा, चारों घुटने छील लो। चारों घुटने हथौड़े से छील दिए गए, निकाल दिए गए। इतना जुल्म हुआ, फिर भी बोले सोनिहाल के जयकारे। तो पूरे दुनिया भर में जितने पंजाबी हैं जो नतमस्तक हो रहे हैं इस शहीदी को, मैं उनको भी प्रणाम करता हूं। और आपने आज यहां मुझे बुलाया, मान सम्मान दिया, मैं आपका आभारी हूं। और इस कुर्बानी को और भी दुनिया तक पहुंचाना है, आने वाली जनरेशन को भी बताना है कि सिर्फ इस उम्र में कुछ पेरेंट्स से मांगा नहीं जाता, इस उम्र में समाज को जान भी दी जा सकती है, कुर्बानी भी दी जा सकती है। तो जैसे कि बहुत ही कमाल कीर्तन हो रहा था, बड़ी सिंक्रोनाइजेशन थी, बहुत अच्छे तरीके से याद किया गया उनको। और उसमें भी यही कहा गया था कि जिसकी जुबान पर फतेह उसकी जहान पर फतेह। इसीलिए मैं आपको यही कह रहा हूं, वाहिगुरु जी का खालसा, वाहिगुरु जी की फतेह। ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਨਿੱਕੀਆਂ ਜਿੰਦਾਂ ਸਾਕਾ ਵੱਡਾ, ਤੇ ਇਹਦੇ ਵਿੱਚ ਬਾਲ ਸ਼ਬਦ ਇੱਕ ਆਪਣੇ ਆਪ ਦੇ ਵਿੱਚ ਧਾਰਮਿਕ ਪੱਖ ਤੋਂ ਵਾਜਬ ਨਹੀਂ ਲੱਗ ਰਿਹਾ। ਤੇ ਦੂਜੇ ਬੰਨੇ ਜੇਕਰ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ, ਜਾਂ ਕਹਿ ਲਈਏ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪੱਧਰ ਦੇ ਵਾਹਦ ਆਗੂ ਮਨਜਿੰਦਰ ਸਿੰਘ ਸਿਰਸਾ, ਉਹਨਾਂ ਦੀ ਸੁਣੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੌਮ ਵੱਲੋਂ ਸਾਹਿਬਜ਼ਾਦਿਆਂ ਨੂੰ ਬਾਬੇ ਦਾ ਦਰਜਾ ਦਿੱਤਾ ਜਾਂਦਾ ਹੈ, ਉਹ ਉਵੇਂ ਹੀ ਰਹੇਗਾ। ਪਰੰਤੂ ਰਾਸ਼ਟਰੀ ਪੱਧਰ ਉੱਤੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਜਾਂ ਵੱਡੀ ਕੁਰਬਾਨੀ ਹੈ, ਉਹਦਾ ਪ੍ਰਚਾਰ ਤੇ ਪ੍ਰਸਾਰ ਵੱਡੇ ਪੱਧਰ ਉੱਤੇ ਹੋਵੇਗਾ। ਰਾਸ਼ਟਰੀ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਉੱਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਹਰ ਸਾਲ ਯਾਦ ਕੀਤਾ ਜਾਇਆ ਕਰੇਗਾ। ਉਂਝ ਵੀਰ ਬਾਲ ਦਿਵਸ ਨੂੰ ਲੈ ਕੇ ਇਸ ਵੇਲੇ ਵੱਖ-ਵੱਖ ਸਿੱਖ ਆਗੂਆਂ ਦਰਮਿਆਨ ਵੀ ਖਿੱਚੋਤਾਣ ਵਰਗਾ ਮਾਹੌਲ ਹੀ ਬਣ ਕੇ ਸਾਹਮਣੇ ਆ ਰਿਹਾ ਹੈ। ਆਪਾਂ ਵੇਖੀਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਉਹ ਕਹਿ ਰਹੇ ਹਨ ਕਿ ਕੁਝ ਸਿੱਖ ਆਗੂ ਭਾਰਤ ਸਰਕਾਰ ਦਾ ਹੱਥ ਠੋਕਾ ਬਣ ਰਹੇ ਹਨ, ਜਦੋਂ ਕਿ ਦੂਜੀ ਤਰਫੋਂ ਜੇਕਰ ਆਪਾਂ ਬਿਆਨ ਲਈਏ ਤਾਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਕਹਿਣਾ ਹੈ ਕਿ ਵੀਰ ਬਾਲ ਦਿਵਸ ਦਾ ਕੁਝ ਧਿਰਾਂ ਸਿਆਸੀ ਲਿਹਾਜ਼ ਤੋਂ ਵਿਰੋਧ ਕਰ ਰਹੀਆਂ ਨੇ, ਜਦੋਂ ਕਿ ਧਾਰਮਿਕ ਤੇ ਰਾਸ਼ਟਰੀ ਪੱਧਰ ਉੱਤੇ ਵਿਰੋਧ ਕਿਸੇ ਪੱਖ ਦਾ ਵੀ ਬਣਦਾ ਨਹੀਂ ਹੈ। ਇਸ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਵੱਖਰੀ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਕਿ ਦਲ ਖਾਲਸਾ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਬੇਨਤੀ ਕੀਤੀ ਗਈ ਸੀ ਕਿ ਜਿਹੜੇ ਆਗੂ ਸਿੱਖ ਆਗੂ ਵੀਰ ਬਾਲ ਦਿਵਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨਗੇ, ਉਹਨਾਂ ਨੂੰ ਅਕਾਲ ਤਖਤ ਵਿਖੇ ਸੱਦਿਆ ਜਾਵੇ, ਤਲਬ ਕੀਤਾ ਜਾਵੇ। ਖੈਰ, ਇਹ ਵੱਖਰੀ ਤਰ੍ਹਾਂ ਦਾ ਮਾਮਲਾ ਸੀ। ਇਹਦੇ ਉੱਤੇ ਅਗਲੇ ਸਮੇਂ ਕਿਸ ਤਰ੍ਹਾਂ ਦਾ ਕੋਈ ਪ੍ਰਤੀਕਰਮ ਸਾਹਮਣੇ ਆਏਗਾ, ਆਪਾਂ ਸਾਂਝਾ ਕਰਦੇ ਰਹਾਂਗੇ। ਫਿਲਹਾਲ ਜੇਕਰ ਆਪਾਂ ਵੇਖੀਏ ਕਿ ਵੀਰ ਬਾਲ ਦਿਵਸ ਦਾ ਇੱਕ ਵੱਖਰਾ ਪਹਿਲੂ ਇਹ ਹੈ ਕਿ ਲੰਘੇ ਕੱਲ੍ਹ ਜਿਹੜਾ ਭਾਰਤ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਮਨਾਇਆ ਗਿਆ, ਜਿੱਥੇ ਦਿੱਲੀ ਦੇ ਵਿੱਚ ਰਾਸ਼ਟਰੀ ਪੱਧਰ ਦਾ ਪਹਿਲਾ ਪ੍ਰੋਗਰਾਮ ਸੀ, ਉੱਥੇ ਵੱਖ-ਵੱਖ ਰਾਜਾਂ ਨੇ ਵੀ ਇਸ ਪ੍ਰੋਗਰਾਮ ਨੂੰ ਕਹਿ ਲਈਏ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਉੱਤਰ ਪ੍ਰਦੇਸ਼ ਯੂਪੀ ਦੇ ਮੁੱਖ ਮੰਤਰੀ ਸ੍ਰੀ ਜੋਗੀ ਨੇ ਆਪਣੇ ਨਿਵਾਸ ਸਥਾਨ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ
ਕਰਵਾਏ, ਭੋਗ ਪਾਇਆ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਹੋਰ ਰਾਜਾਂ ਦੇ ਵਿੱਚ ਵੀ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਹੋਏ। ਉਧਰ ਵੀਰਵਾਲ ਦਿਵਸ ਉੱਤੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦੀ ਗੱਲ ਕਰ ਰਹੇ ਸੀ, ਤਾਂ ਗਵਾਂਢੀ ਰਾਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਾਲੇ ਸੱਜਰੇ ਦੌਰ ਦੇ ਵਿੱਚ ਹੀ ਹੈ, ਤਾਂ ਇਸ ਦੇ ਜਿਹੜੇ ਆਗੂ ਹਨ ਉਹ ਵੀ ਆਪਸ ਦੇ ਵਿੱਚ ਟਕਰਾਓ ਭਰੀ ਨੀਤੀ ਦੇ ਵਿੱਚ ਹਨ। ਹਾਲੀਆ ਹਰਿਆਣਾ ਸਰਕਾਰ ਦੀ ਤਰਫੋਂ ਜਿਹੜੀ ਨਵੀਂ ਗਠਿਤ ਇੱਕ ਐਡਹਾਕ ਕਮੇਟੀ ਨਿਯੁਕਤ ਕੀਤੀ ਗਈ ਸੀ, ਉਹਦੇ ਵੱਲੋਂ ਜਿਹੜੇ ਨਵੇਂ ਥਾਪੇ ਗਏ ਪ੍ਰਧਾਨ ਮਹੰਤ ਕਰਮਜੀਤ ਸਿੰਘ ਦੇ ਵਿਰੋਧ ਦੇ ਵਿੱਚ ਭਾਈ ਬਲਜੀਤ ਸਿੰਘ ਦਾਦੂਵਾਲ ਜਿਹੜੇ ਕਿ ਸਾਬਕਾ ਪ੍ਰਧਾਨ ਹਨ, ਉਹ ਸਿੱਧੇ ਤੌਰ ਤੇ ਆ ਗਏ ਹਨ। ਉਹਨਾਂ ਨੇ ਇੱਕ ਵੱਡਾ ਦੋਸ਼ ਲਾਇਆ ਹੈ ਕਿ ਮਹੰਤ ਕਰਮਜੀਤ ਸਿੰਘ ਪਹਿਲੇ ਦੌਰ ਦੇ ਵਿੱਚ ਹੀ ਪੰਥਕ ਪ੍ਰਚਾਰ ਦੇ ਖਿਲਾਫ ਆਪਣਾ ਵਿਰੋਧ ਵਿਖਾ ਰਹੇ ਹਨ। ਉਹਨਾਂ ਇੱਕ ਗਿਲਾ ਕੀਤਾ ਪ੍ਰੈਸ ਕਾਨਫਰੰਸ ਦੌਰਾਨ ਕਿ ਜਮਨਾ ਨਗਰ ਦੇ ਵਿੱਚ ਉਹਨਾਂ ਨੇ 26 ਤੇ 27 ਦਸੰਬਰ ਨੂੰ ਜਿਹੜੇ ਪ੍ਰੋਗਰਾਮ ਰੱਖੇ ਸੀ ਧਾਰਮਿਕ, ਉਹਨਾਂ ਦਾ ਮਹੰਤ ਕਰਮਜੀਤ ਸਿੰਘ ਦੇ ਕੁਝ ਬੰਦਿਆਂ ਵੱਲੋਂ ਵਿਰੋਧ ਕੀਤਾ ਗਿਆ, ਲਿਹਾਜ਼ਾ ਉਹਨਾਂ ਨੂੰ ਉਹ ਦੋਵੇਂ ਪ੍ਰੋਗਰਾਮ ਰੱਦ ਕਰਨੇ ਪਏ ਹਨ। ਅਜਿਹੇ ਦੌਰਾਨ ਹੀ ਉਹਨਾਂ ਨੇ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨਗੀ ਦੇ ਕਹਿ ਲਈਏ ਕਿ ਕਥਿਤ ਤੌਰ ਤੇ ਅਯੋਗ ਕਰਾਰ ਵੀ ਦਿੱਤਾ ਤੇ ਨਾਲ ਉਹਨਾਂ ਨੇ ਦੱਸਿਆ ਕਿ ਉਹ ਸਿੱਖ ਪੰਥ ਦਾ ਜਿਹੜਾ ਪੰਥਕ ਪ੍ਰਚਾਰ ਹੈ ਉਸ ਨੂੰ ਜਾਰੀ ਰੱਖਣਗੇ ਤੇ ਨਵੇਂ ਸਿਰੋਂ ਵੱਡੀ ਮੁਹਿੰਮ ਦੇ ਨਾਲ ਪੂਰੇ ਹਰਿਆਣੇ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਨੂੰ ਮੰਗਾਉਣਗੇ। ਉਧਰ ਸਾਬਕਾ ਪ੍ਰਧਾਨ ਕਹਿ ਲਈਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੀ ਇਸ ਵੇਲੇ, ਜਿੱਥੇ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਦੇ ਖਿਲਾਫ ਸਨ ਸਿਆਸੀ ਲਿਹਾਜ਼ ਤੋਂ, ਉੱਥੇ ਹੁਣ ਨਵੇਂ ਪ੍ਰਧਾਨ ਮਹੰਤ ਕਰਮਜੀਤ ਸਿੰਘ ਦੇ ਖਿਲਾਫ ਵੀ ਆਪਣਾ ਵਿਰੋਧ ਜਤਾ ਰਹੇ ਹਨ। ਜਥੇਦਾਰ ਝਿੰਡਾ ਵੱਲੋਂ ਹਰਿਆਣਾ ਦੇ ਸਿੱਖਾਂ ਨੂੰ ਜਾਗਰੂਕ ਕਰਨ ਲਈ ਹਰਿਆਣੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣਾ ਪ੍ਰਚਾਰ ਫੇਰਾ ਸ਼ੁਰੂ ਕੀਤਾ ਹੋਇਆ ਹੈ। ਇੱਥੇ ਦੱਸ ਦਈਏ ਕਿ ਜਗਦੀਸ਼ ਸਿੰਘ ਝਿੰਡਾ ਇਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੈ ਉਹਨੂੰ ਹਰਿਆਣਾ ਸਰਕਾਰ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਗਠਿਤ ਕਰਨ ਦੀ ਹੋੜ ਦੇ ਵਿੱਚ ਹਨ ਤੇ ਅਜਿਹੇ ਮੁਹਾਜ਼ ਨੂੰ ਲੈ ਕੇ ਉਹਨਾਂ ਵੱਲੋਂ ਵੀ ਹਰਿਆਣੇ ਦੇ ਵਿੱਚ ਇੱਕ ਜਾਗਰੂਕਤਾ ਲਹਿਰ ਆਰੰਭੀ ਹੋਈ ਹੈ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹ ਰੋਜ਼ ਪੰਥਕ ਸਫ਼ ਕਰਕੇ ਕਹਿ ਲਈਏ ਕਿ ਪੰਥਕ ਇਕੱਠ ਰੱਖ ਕੇ ਮੇਲ ਮਿਲਾਪ ਕਰ ਰਹੇ ਹਨ। ਉਹ ਆਪਾਂ ਗੱਲ ਕਰ ਰਹੇ ਸੀ ਵੀਰਵਾਲ ਦਿਵਸ, ਤਾਂ ਹਰਿਆਣਾ ਦੀ ਜਿਹੜੀ ਵੱਖ-ਵੱਖ ਇਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁੱਟਬੰਦੀ ਹੈ, ਉਹਦੇ ਕਿਸੇ ਧਿਰ ਵੱਲੋਂ ਵੀ ਹਾਲੇ ਤਾਈਂ ਵੀਰਵਾਲ ਦਿਵਸ ਦੇ ਵਿਵਾਦ ਉੱਤੇ ਵੱਡੇ ਪੱਧਰ ਤੇ ਕੋਈ ਪ੍ਰਤੀਕਰਮ ਜ਼ਾਹਰ ਨਹੀਂ ਕੀਤਾ। ਅੱਜ ਦੇ ਅਜਿਹੇ ਵਿਸ਼ਲੇਸ਼ਣ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਵੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ। ਈ ਮਿਸ਼ਨ ਪੰਜਾਬੀ।